प्यारे विद्यार्थियों, फिर तो स्वागत है तुहाडा एक बार। अज असीं आदतां पाठ दा जो रह गया हिस्सा सी वो करांगे। इस तो पहली क्लास दे विच मैं तुहानूं आदतां पाठ बारे दस्सिया सी कि जो चाह पीण दी आदत है बहुत माड़ी है, क्योंकि चाह दे विच थैनीन नाम दा एक अजिहा तत्त पाया जाता है जो कि साडे शरीर दे विच खून नूं साफ नहीं होण दिंदा। ते इस तो इलावा जो है सवेरे जल्दी उठण दे लाभ दस्से गए सन, ते जो लेट उठण दे नुकसान भी दस्से गए सन। और ये भी दस्सिया सी कि सानू जो है चाह बैड टी जो है खास करके नहीं पीनी चाहिदी। ते हुण असीं पाठ दा जो रह गया हिस्सा वो शुरू करदे हाँ। कहंदे कि साडी दूजी गलती ये है कि सवेर दी सैर नहीं करते। ਸਰੀਰਕ ਮਿਹਨਤ ਕਰਨ ਲਈ ਸਭ ਤੋਂ ਚੰਗਾ ਕਦਮ ਸਵੇਰ ਦੀ ਸੈਰ ਹੈ। ਉਂਝ ਯੋਗ ਆਸਨਾਂ ਨਾਲ ਵੀ ਕਾਫੀ ਲਾਭ ਹੁੰਦਾ ਹੈ। ਸੈਰ ਦੀ ਆਦਤ ਪਾ ਕੇ ਪਿੱਛੋਂ ਯੋਗ ਆਸਨ ਸ਼ੁਰੂ ਕਰਨਾ ਹੋਰ ਵੀ ਜ਼ਿਆਦਾ ਵਿਗਿਆਨਕ ਅਤੇ ਲਾਭਦਾਇਕ ਹੈ। ਸੈਰ ਦੇ ਸਿਲਸਿਲੇ ਵਿੱਚ ਇਹ ਧਿਆਨ ਰੱਖਣਾ ਪਵੇਗਾ ਕਿ ਸੈਰ ਖੁੱਲ੍ਹੇ ਮੈਦਾਨ, ਖੇਤ, ਜੰਗਲ ਜਾਂ ਪਾਰਕ ਦੇ ਵਿੱਚ ਕਰਨੀ ਚਾਹੀਦੀ ਹੈ, ਤਾਂ ਕਿ ਮਿਹਨਤ ਦੇ ਨਾਲ ਨਾਲ ਤਾਜ਼ੀ ਹਵਾ ਰਾਹੀਂ ਵੀ ਸਿਹਤ ਨੂੰ ਲਾਭ ਮਿਲਦਾ ਰਹੇ। ਸੈਰ ਦਾ ਪੂਰਾ ਲਾਭ ਲੈਣ ਲਈ ਹਮੇਸ਼ਾ ਤੇਜ਼ ਚੱਲੋ, ਉਨੀ ਦੇਰ ਘੁੰਮੋ ਜਿਸ ਨਾਲ ਹਲਕੀ ਅਤੇ ਮਿੱਠੀ ਜਿਹੀ ਥਕਾਵਟ ਹੋ ਜਾਏ ਅਤੇ ਥੋੜ੍ਹਾ ਜਿਹਾ ਪਸੀਨਾ ਵੀ ਆ ਜਾਏ। ਅੱਗੇ ਜਿਵੇਂ ਜਿਵੇਂ ਸਮਾਂ ਬੀਤਦਾ ਜਾਵੇ ਰੋਜ਼ਾਨਾ ਸੈਰ ਦੀ ਦੂਰੀ ਵਧਾਉਂਦੇ ਜਾਓ। ਹੁਣ ਇਸ ਪੈਰਾਗ੍ਰਾਫ ਵਿੱਚ ਸਾਨੂੰ ਕੀ ਦੱਸਿਆ ਗਿਆ ਹੈ ਕਿ ਸਵੇਰ ਦੀ ਜੋ ਸੈਰ ਹੈ ਬਹੁਤ ਹੀ ਲਾਭਦਾਇਕ ਹੁੰਦੀ ਹੈ, ਔਰ ਸਵੇਰੇ ਸੁਬਾਹ ਜਲਦੀ ਉੱਠ ਕੇ ਸਾਨੂੰ ਸੈਰ ਕਰਨੀ ਚਾਹੀਦੀ ਹੈ। ਅਤੇ ਲੇਖਕ ਕਹਿ ਰਿਹਾ ਹੈ ਕਿ ਜੋ ਸੈਰ ਹੈ ਉਹਦੇ ਨਾਲ ਨਾਲ ਜੇਕਰ ਅਸੀਂ ਯੋਗ ਆਸਨ ਵੀ ਕਰੀਏ ਤਾਂ ਹੋਰ ਵੀ ਜ਼ਿਆਦਾ ਸਾਨੂੰ ਲਾਭ ਪਹੁੰਚਦਾ ਹੈ, ਕਿਉਂਕਿ ਸੈਰ ਦੇ ਨਾਲ ਜਿਸ ਤਰ੍ਹਾਂ ਸਰੀਰ ਵਿੱਚ ਤੰਦਰੁਸਤੀ ਆਉਂਦੀ ਹੈ, ਚੁਸਤੀ ਫੁਰਤੀ ਆਉਂਦੀ ਹੈ, ਅਤੇ ਅਸੀਂ ਜੋ ਹੈ ਯੋਗ ਆਸਨ ਕਰਕੇ ਹੋਰ ਵੀ ਜ਼ਿਆਦਾ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ। ਇਸ ਤੋਂ ਬਾਅਦ ਇਹ ਦੱਸਿਆ ਗਿਆ ਹੈ ਕਿ ਸੈਰ ਸਾਨੂੰ ਕਿੱਥੇ ਕਰਨੀ ਚਾਹੀਦੀ ਹੈ। ਖੁੱਲ੍ਹੇ ਮੈਦਾਨਾਂ ਵਿੱਚ, ਖੇਤਾਂ ਵਿੱਚ, ਜੰਗਲ ਵਿੱਚ ਜਾਂ ਫਿਰ ਕਿਸੇ ਪਾਰਕ ਵਿੱਚ ਕਰਨੀ ਚਾਹੀਦੀ ਹੈ। ਇਹ ਇਸ ਲਈ ਕਿਹਾ ਗਿਆ ਹੈ ਕਿਉਂਕਿ ਇਹਨਾਂ ਜਗ੍ਹਾ 'ਤੇ ਜੋ ਹਵਾ ਹੈ ਉਹ ਸ਼ੁੱਧ ਹੁੰਦੀ ਹੈ, ਕਿਉਂਕਿ ਆਵਾਜਾਈ ਜੋ ਹੈ ਲੋਕਾਂ ਦੀ ਉਹ ਘੱਟ ਹੁੰਦੀ ਹੈ, ਔਰ ਚਾਰੇ ਪਾਸੇ ਜੋ ਹੈ ਗਰੀਨਰੀ ਹੁੰਦੀ ਹੈ, ਪੇੜ ਪੌਦੇ ਲੱਗੇ ਹੁੰਦੇ ਹਨ, ਅਤੇ ਜਿਹਦੇ ਨਾਲ ਸਾਨੂੰ ਹੋਰ ਵੀ ਤਾਜ਼ਗੀ ਮਿਲਦੀ ਹੈ। ਇਸ ਕਰਕੇ ਜੋ ਸਵੇਰ ਦੀ ਸੈਰ ਹੈ ਉਹ ਕਿਸੇ ਖੁੱਲ੍ਹੇ ਵਾਤਾਵਰਨ ਦੇ ਵਿੱਚ ਹੀ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਦੱਸਿਆ ਗਿਆ ਹੈ ਕਿ ਜੋ ਸੈਰ ਕਰਨੀ ਚਾਹੀਦੀ ਹੈ ਸਾਨੂੰ, ਉਹ ਇਹ ਨਹੀਂ ਹੈ ਕਿ ਬਿਲਕੁਲ ਹੌਲੀ ਤੁਰਨਾ ਚਾਹੀਦਾ ਹੈ ਸੈਰ ਕਰਦੇ ਸਮੇਂ। ਨਹੀਂ, ਕਹਿੰਦੇ ਸਾਨੂੰ ਇੰਨਾ ਕੁ ਤੇਜ਼ ਚੱਲਣਾ ਚਾਹੀਦਾ ਹੈ ਕਿ ਜਿਹਦੇ ਨਾਲ ਸਾਨੂੰ ਲੱਗੇ ਕਿ ਹਾਂ ਵਾਕਈ ਅਸੀਂ ਕੁਝ ਮਿਹਨਤ ਕੀਤੀ ਹੈ, ਸਾਡੇ ਸਰੀਰ ਨੇ ਕੁਝ ਕੰਮ ਕੀਤਾ ਹੈ, ਸਾਨੂੰ ਥੋੜ੍ਹੀ ਜਿਹੀ ਥਕਾਵਟ ਹੋਈ ਹੈ। ਜੇਕਰ ਅਜਿਹੀ ਥਕਾਵਟ ਜਾਂ ਫਿਰ ਸਾਨੂੰ ਪਸੀਨਾ ਨਹੀਂ ਆਵੇਗਾ ਤਾਂ ਜਿੰਨੀ ਵੀ ਅਸੀਂ ਸੈਰ ਜਾਂ ਕੁਛ ਕਸਰਤ ਜੋ ਵੀ ਕੀਤਾ ਹੈ ਉਸਦਾ ਸਾਨੂੰ ਜ਼ਿਆਦਾ ਲਾਭ ਨਹੀਂ ਹੋਵੇਗਾ। ਇਸ ਲਈ ਸੈਰ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਲੈਣ ਵਾਸਤੇ ਸਾਨੂੰ ਥੋੜ੍ਹਾ ਤੇਜ਼ ਚੱਲਣਾ ਚਾਹੀਦਾ ਹੈ, ਤੇਜ਼ ਸੈਰ ਜੋ ਹੈ ਕਰਨੀ ਚਾਹੀਦੀ ਹੈ। ਔਰ ਇਸ ਤੋਂ ਇਲਾਵਾ ਜਿਵੇਂ ਜਿਵੇਂ ਅਸੀਂ ਸੈਰ ਕਰਨ ਦੇ ਆਦੀ ਹੁੰਦੇ ਜਾਂਦੇ ਹਾਂ, ਕਿਉਂਕਿ ਸ਼ੁਰੂਆਤ ਦੇ ਵਿੱਚ ਸਾਡੇ ਜੋ ਸਰੀਰ ਹੈ ਇੰਨਾ ਜ਼ਿਆਦਾ ਸੈਰ ਦਾ ਆਦੀ ਨਹੀਂ ਹੁੰਦਾ, ਇਸ ਲਈ ਜਲਦੀ ਥੱਕ ਜਾਂਦਾ ਹੈ, ਅਤੇ ਸਾਨੂੰ ਜੋ ਹੈ ਸੈਰ ਦਾ ਸਮਾਂ ਥੋੜ੍ਹਾ ਰੱਖਣਾ ਚਾਹੀਦਾ ਹੈ। ਅਤੇ ਜਿਵੇਂ ਜਿਵੇਂ ਅਸੀਂ ਉਸਦੇ ਆਦੀ ਹੁੰਦੇ ਜਾਂਦੇ ਹਾਂ, ਅਸੀਂ ਰੋਜ਼ ਸੈਰ ਕਰਦੇ ਹਾਂ, ਅਤੇ ਸਾਡੇ ਸਰੀਰ ਨੂੰ ਵੀ ਪਤਾ ਚੱਲਦਾ ਜਾਂਦਾ ਹੈ ਕਿ ਮੈਂ ਇੰਨਾ ਜੋ ਵਰਕਆਊਟ ਰੋਜ਼ ਕਰਨਾ ਹੈ, ਤਾਂ ਫਿਰ ਸਾਨੂੰ ਹੌਲੀ ਹੌਲੀ ਉਸਦਾ ਜੋ ਸਮਾਂ ਹੈ ਉਹ ਵਧਾਉਂਦੇ ਰਹਿਣਾ ਚਾਹੀਦਾ ਹੈ, ਤਾਂ ਜੋ ਇਸਦੇ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਲਾਭ ਮਿਲਦੇ ਰਹਿਣ। ਇਹ ਤਾਂ ਸੀ ਸਾਡੀ ਸੈਰ ਦੀ ਗੱਲ ਕਿ ਸੈਰ ਦੇ ਨਾਲ ਸਾਨੂੰ ਕਿੰਨੇ ਲਾਭ ਹਨ। ਹੁਣ ਅਗਲੇ ਪੈਰੇ ਦੇ ਵਿੱਚ ਨੀਂਦ ਬਾਰੇ ਦੱਸਿਆ ਗਿਆ ਹੈ ਕਿ ਜੋ ਨੀਂਦ ਹੈ ਇਹ ਵੀ ਸਾਡੇ ਲਈ ਕਿੰਨੀ ਜ਼ਰੂਰੀ ਹੈ। ਲੇਖਕ ਕਹਿੰਦਾ ਹੈ ਕਿ ਨੀਂਦ ਵੀ ਸਾਡੇ ਨਿਰੋਗ ਰਹਿਣ ਦੀ ਇੱਕ ਮਹੱਤਵਪੂਰਨ ਨੀਂਹ ਹੈ। ਗੂੜ੍ਹੀ ਨੀਂਦ ਲੈਣ ਨਾਲ ਸਰੀਰ ਦੇ ਸਾਰੇ ਹਿੱਸੇ ਅਤੇ ਧੜ ਵਿੱਚ ਸਥਿਤ ਜਾਨਦਾਰ ਹਿੱਸਿਆਂ ਨੂੰ ਲੋੜੀਂਦਾ ਆਰਾਮ ਮਿਲਦਾ ਹੈ,
ਭਾਵ ਕਿ ਜੋ ਸਾਡਾ ਪੂਰਾ ਸਰੀਰ ਹੈ ਉਸ ਨੂੰ ਆਰਾਮ ਮਿਲ ਜਾਂਦਾ ਹੈ ਜੇਕਰ ਅਸੀਂ ਗੂੜੀ ਨੀਂਦ ਸੌਂਦੇ ਹਾਂ। ਉਹ ਮੁੜ ਤਾਜ਼ਗੀ ਅਤੇ ਫੁਰਤੀ ਪ੍ਰਾਪਤ ਕਰ ਲੈਂਦੇ ਹਨ। ਪਾਚਕ ਰਸ ਜ਼ਿਆਦਾ ਮਾਤਰਾ ਵਿੱਚ ਬਣਦੇ ਹਨ ਅਤੇ ਸਰੀਰ ਦੇ ਮਰੇ ਸੈੱਲ ਨਸ਼ਟ ਹੁੰਦੇ ਹਨ ਅਤੇ ਨਵੇਂ ਸੈੱਲ ਬਣਦੇ ਹਨ। ਖੂਨ ਦੀ ਸ਼ੁੱਧੀ ਹੁੰਦੀ ਹੈ ਅਤੇ ਉਸ ਵਿੱਚ ਵਾਧਾ ਹੁੰਦਾ ਹੈ। ਹੁਣ ਦੇਖੋ ਬੱਚੋ, ਸੌਣਾ ਸਾਡੇ ਵਾਸਤੇ ਕਿੰਨਾ ਜ਼ਰੂਰੀ ਹੈ ਕਿ ਸੌਣ ਦੇ ਨਾਲ ਦੇਖੋ ਕੀ ਹੁੰਦਾ ਹੈ ਕਿ ਜਦੋਂ ਅਸੀਂ ਦਿਨ ਭਰ ਦੀ ਥਕਾਵਟ ਤੋਂ ਬਾਅਦ ਬਹੁਤ ਵਧੀਆ ਆਪਣੀ ਗੂੜੀ ਨੀਂਦ ਲੈਂਦੇ ਹਾਂ ਤਾਂ ਸਾਡੇ ਸਰੀਰ ਦੇ ਜਿੰਨੇ ਵੀ ਸੈੱਲ ਥੱਕ ਚੁੱਕੇ ਹੁੰਦੇ ਹਨ, ਮਰ ਚੁੱਕੇ ਹੁੰਦੇ ਹਨ ਥਕਾਵਟ ਦੇ ਕਾਰਨ, ਅਤੇ ਉਹ ਫਿਰ ਦੁਬਾਰਾ ਜਨਰੇਟ ਹੋ ਜਾਂਦੇ ਹਨ। ਉਹ ਦੁਬਾਰਾ ਮਤਲਬ ਉਹਨਾਂ ਦੀ ਜਗ੍ਹਾ ਨਵੇਂ ਸੈੱਲ ਜੋ ਹੈ ਸਰੀਰ 'ਚ ਬਣਦੇ ਹਨ ਔਰ ਜੋ ਸਾਡਾ ਖੂਨ ਹੈ ਉਹ ਸਾਫ਼ ਹੁੰਦਾ ਹੈ ਅਤੇ ਉਸ ਵਿੱਚ ਵਾਧਾ ਹੁੰਦਾ ਹੈ। ਅਤੇ ਇਸ ਦੇ ਉਲਟ ਜੇਕਰ ਅਸੀਂ ਸੌਵਾਂਗੇ ਨਹੀਂ, ਸਾਡੀ ਜੋ ਨੀਂਦ ਪੂਰੀ ਨਹੀਂ ਹੋਵੇਗੀ ਤਾਂ ਜੋ ਸਾਡੇ ਸੈੱਲ ਹਨ, ਮਰੇ ਹੋਏ ਸੈੱਲ ਹਨ ਜਾਂ ਥਕਾਵਟ ਜਿਹੜੇ ਥੱਕ ਚੁੱਕੇ ਤੰਤੂ ਹਨ ਸਾਡੇ ਸਰੀਰ ਦੇ, ਉਹ ਉਸੇ ਤਰ੍ਹਾਂ ਹੀ ਸਾਡੇ ਸਰੀਰ ਵਿੱਚ ਰਹਿਣਗੇ। ਨਵੇਂ ਜਿਹੜੇ ਸੈੱਲ ਆ ਉਹ ਬਹੁਤ ਘੱਟ ਬਣਨਗੇ ਔਰ ਸਾਡਾ ਖੂਨ ਵੀ ਸਾਫ਼ ਨਹੀਂ ਹੋਏਗਾ, ਜਿਹਦੇ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਸਕਦੀਆਂ ਹਨ। ਇਸ ਕਰਕੇ ਜੋ ਹੈ ਭਰਪੂਰ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਭਰਪੂਰ ਨੀਂਦ ਲੈਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸਾਰਾ ਦਿਨ ਸੁੱਤੇ ਰਹਿਣਾ ਹੈ ਜਾਂ ਸਾਰੀ ਰਾਤ ਜਿਸ ਤਰ੍ਹਾਂ ਵੀ ਹੈ ਕਿ ਅਸੀਂ ਸੁੱਤੇ ਹੀ ਰਹਿਣਾ ਹੈ। ਸੌਣ ਦਾ ਵੀ ਇੱਕ ਸਮਾਂ ਹੁੰਦਾ ਹੈ। ਇਸ ਲਈ ਮਤਲਬ ਇਹ ਹੈ ਕਿ 10 ਵਜੇ ਤੋਂ ਪਹਿਲਾਂ ਸਾਨੂੰ ਜੋ ਹੈ ਸੌਂ ਜਾਣਾ ਚਾਹੀਦਾ ਹੈ ਔਰ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਜਾਣਾ ਚਾਹੀਦਾ ਹੈ। ਇਹੀ ਜੋ ਹੈ ਵਧੀਆ ਇੱਕ ਨੀਂਦ ਦੀ ਨਿਸ਼ਾਨੀ ਹੈ ਕਿ ਜਿਹੜਾ ਬੰਦਾ ਟਾਈਮ ਨਾਲ ਸੌਂ ਕੇ ਟਾਈਮ ਨਾਲ ਉੱਠ ਜਾਂਦਾ ਹੈ। ਤੰਤੂ ਮੁੜ ਸ਼ਕਤੀ ਪ੍ਰਾਪਤ ਕਰਕੇ ਚੇਤਨਾ ਭਰਪੂਰ ਅਤੇ ਮਜ਼ਬੂਤ ਬਣਦੇ ਹਨ। ਤੰਤੂ ਭਾਵ ਜੋ ਵੀ ਸਾਡੇ ਸਰੀਰ ਦੇ ਸੈੱਲ ਹਨ, ਦਿਨ ਭਰ ਕੰਮ ਕਰਕੇ ਥੱਕ ਜਾਂਦੇ ਹਨ ਤਾਂ ਫਿਰ ਜਦੋਂ ਅਸੀਂ ਸੌਂ ਜਾਂਦੇ ਹਾਂ ਤਾਂ ਫਿਰ ਦੁਬਾਰਾ ਸਵੇਰੇ ਉੱਠਦੇ ਹਾਂ ਤਾਂ ਉਹ ਫਿਰ ਮਜ਼ਬੂਤ ਹੋ ਜਾਂਦੇ ਹਨ ਔਰ ਦੁਬਾਰਾ ਅਗਲੇ ਦਿਨ ਭਰ ਦੀ ਜੋ ਪ੍ਰਕਿਰਿਆ ਦੇ ਲਈ ਫਿਰ ਤੋਂ ਤਿਆਰ ਹੋ ਜਾਂਦੇ ਹਨ। ਤੰਤੂਆਂ ਵਿੱਚ ਮੁੜ ਸ਼ਕਤੀ ਪ੍ਰਾਪਤ ਹੋਣ ਨਾਲ ਅਤੇ ਅੰਤੜੀਆਂ ਦੇ ਸਾਰੇ ਦੋਸ਼ ਮਲ ਮੂਤਰ ਰਾਹੀਂ ਬਾਹਰ ਨਿਕਲ ਜਾਂਦੇ ਹਨ, ਜਿਸ ਨਾਲ ਸਵੇਰ ਸਾਰ ਚੁਸਤੀ ਫੁਰਤੀ ਅਤੇ ਸ਼ਕਤੀ ਦਾ ਸੰਚਾਰ ਹੁੰਦਾ ਹੈ। ਸਰੀਰ ਵਿੱਚ ਨਿਰੋਗਤਾ ਅਤੇ ਤੰਦਰੁਸਤੀ ਵਿੱਚ ਨੀਂਦ ਦਾ ਗੂੜਾ ਸੰਬੰਧ ਹੈ। ਕੀ ਕਹਿੰਦਾ ਕਿ ਸਰੀਰ ਵਿੱਚ ਨਿਰੋਗਤਾ ਅਤੇ ਤੰਦਰੁਸਤੀ ਵਿੱਚ ਨੀਂਦ ਦਾ ਆਪਸ ਵਿੱਚ ਗੂੜਾ ਸੰਬੰਧ ਹੈ। ਮਤਲਬ ਕਿ ਗੂੜੀ ਨੀਂਦ ਕੌਣ ਲੈ ਸਕਦਾ ਹੈ? ਜਿਹੜਾ ਸਰੀਰ ਨਿਰੋਗ ਹੋਊਗਾ, ਜਿਸ ਸਰੀਰ ਨੂੰ ਕੋਈ ਬਿਮਾਰੀ ਨਹੀਂ ਹੋਏਗੀ। ਜੇਕਰ ਅਸੀਂ ਬਿਮਾਰੀਆਂ ਨਾਲ ਘਿਰੇ ਹੋਵਾਂਗੇ ਤਾਂ ਸਾਨੂੰ ਨੀਂਦ ਵੀ ਚੰਗੀ ਨਹੀਂ ਆਏਗੀ। ਇਸ ਕਰਕੇ ਇਹਨਾਂ ਦੋਨਾਂ ਦਾ ਆਪਸ ਵਿੱਚ ਬੜਾ ਗੂੜਾ ਸੰਬੰਧ ਹੈ। ਦਿਨ ਭਰ ਦੇ ਧੰਦਿਆਂ ਤੋਂ ਥੱਕਿਆ ਟੁੱਟਿਆ ਆਦਮੀ ਸੌਂ ਜਾਂਦਾ ਹੈ, ਪਰ ਅੱਜ ਦੇ ਇਸ ਮਾਰਾਮਾਰੀ ਦੇ ਯੁੱਗ ਵਿੱਚ ਇਹ ਸਧਾਰਨ ਗੱਲ ਵੀ ਅਸਾਧਾਰਨ ਹੋ ਗਈ ਹੈ। ਕੁਝ ਲੋਕ ਤਾਂ ਰਾਤ ਨੂੰ ਦੇਰ ਤੱਕ ਜਾਗਣ ਲਈ ਚਾਹ ਕੌਫੀ ਦੀ ਲੋੜ ਤੋਂ ਵੱਧ ਵਰਤੋਂ ਕਰਦੇ ਹਨ। ਰਾਤ ਭਰ ਜਾਗ ਕੇ ਅੱਖਾਂ ਅਤੇ ਦਿਮਾਗ ਨੂੰ ਥਕਾ ਲੈਂਦੇ ਹਨ ਅਤੇ ਸਰੀਰ ਦੇ ਸਾਰੇ ਹਿੱਸਿਆਂ ਨੂੰ ਸਥਿਰ ਕਰ ਦਿੰਦੇ ਹਨ। ਮਤਲਬ ਕਿ ਜੋ ਇੱਕਦਮ ਕੋਈ ਮੂਵਮੈਂਟ ਉਹਨਾਂ ਦੇ ਵਿੱਚ ਨਹੀਂ ਰਹਿੰਦੀ। ਕੀ ਕਹੇਗਾ ਕਿ ਕਈ ਲੋਕ ਹਨ ਸਾਰਾ ਰਾਤ ਜੋ ਹਨ ਜਾਗਦੇ ਰਹਿੰਦੇ ਹਨ ਔਰ ਜਾਗਣ ਵਾਸਤੇ ਚਾਹ ਕੌਫੀ ਦਾ ਸਹਾਰਾ ਲੈਂਦੇ ਹਨ, ਕਿਉਂਕਿ ਕਈ ਵਾਰ ਉਹਨਾਂ ਦਾ ਵਰਕ ਪ੍ਰੋਫਾਈਲ ਇਹੋ ਜਿਹਾ ਹੁੰਦਾ ਹੈ ਕਿ ਉਹ ਰਾਤ ਨੂੰ ਕੰਮ ਕਰਦੇ ਹਨ। ਜਿਸ ਤਰ੍ਹਾਂ ਅੱਜ ਕੱਲ੍ਹ ਦੇਖਿਆ ਜਾਂਦਾ ਹੈ ਕਿ ਮਲਟੀਨੈਸ਼ਨਲ ਕੰਪਨੀਆਂ ਜੋ ਹਨ ਉਹ ਮੈਕਸੀਮਮ ਜੋ ਹੈ ਉਹਨਾਂ ਦਾ ਰਾਤ ਨੂੰ ਹੀ ਕੰਮ ਹੁੰਦਾ ਹੈ, ਜਾਂ ਹੋਰ ਵੀ ਕਈ ਜਗ੍ਹਾ ਹੈ ਜਿੱਥੇ ਰਾਤ ਦੀ ਸ਼ਿਫਟ ਹੁੰਦੀ ਹੈ, ਰਾਤ ਨੂੰ ਕੰਮ ਕਰਨਾ ਹੁੰਦਾ ਹੈ। ਤਾਂ ਜੋ ਅਜਿਹੇ ਲੋਕ ਹਾਂ ਮਜਬੂਰੀ ਵਸ ਹੋ ਕੇ ਵੀ ਮਤਲਬ ਰਾਤ ਨੂੰ ਜਾਗਣ ਵਾਸਤੇ ਉਹ ਮਜਬੂਰ ਹਨ ਅਤੇ ਜਾਗਣ ਵਾਸਤੇ ਫਿਰ ਕੀ ਕਰਦੇ ਹਨ, ਚਾਹ ਕੌਫੀ ਦਾ ਉਹ ਸਹਾਰਾ ਲੈਂਦੇ ਹਨ ਅਤੇ ਇਸ ਨਾਲ ਕੀ ਆ ਸਾਡੇ ਸਰੀਰ 'ਤੇ ਬੜਾ ਬੁਰਾ ਪ੍ਰਭਾਵ ਪੈਂਦਾ ਹੈ। ਗੂੜੀ ਨੀਂਦ ਸਿਹਤ ਵਧਾਊ ਹੈ। ਨੀਂਦ ਦੇ ਬਿਨਾਂ ਕੋਈ ਵੀ ਜੀਵ ਜੰਤੂ ਜਾਂ ਪਸ਼ੂ ਜਿਉਂਦਾ ਨਹੀਂ ਰਹਿ ਸਕਦਾ। ਪੁਰਾਤਨ ਕਾਲ ਵਿੱਚ ਤਾਨਾਸ਼ਾਹ ਸ਼ਾਸਕ ਕਈ ਵਾਰ ਦੋਸ਼ੀਆਂ ਨੂੰ ਜਾਗਦੇ ਰਹਿਣ ਦੀ ਸਜ਼ਾ ਦਿੰਦੇ ਸਨ, ਭਾਵ ਉਹਨਾਂ ਨੂੰ ਸੌਣ ਨਹੀਂ ਸੀ ਦਿੱਤਾ ਜਾਂਦਾ। ਸਿੱਟੇ ਵਜੋਂ ਲਗਾਤਾਰ ਜਾਗਦੇ ਰਹਿਣ ਨਾਲ ਉਹਨਾਂ ਦਾ ਮਾਨਸਿਕ ਸੰਤੁਲਨ ਵਿਗੜ ਜਾਂਦਾ ਸੀ। ਫਿਰ ਜਾਂ ਤਾਂ ਉਹ ਪਾਗਲ ਹੋ ਜਾਂਦੇ ਸਨ ਅਤੇ ਜਾਂ ਮਰ ਜਾਂਦੇ ਸਨ। ਇਹ ਮੌਤ ਬੜੀ ਹੀ ਤਰਸਯੋਗ ਹੁੰਦੀ ਸੀ। ਦੇਖੋ ਕਹਿੰਦੇ
ਕਿ ਸਾਡੇ ਜੀਵਨ ਦੇ ਵਿੱਚ ਨੀਂਦ ਦਾ ਕਿੰਨਾ ਵੱਡਾ ਜੋ ਹੈ ਰੋਲ ਹੈ, ਕਿ ਜੇਕਰ ਅਸੀਂ ਨਹੀਂ ਸੋਵਾਂਗੇ ਤਾਂ ਅਸੀਂ ਜੋ ਹੈ ਜਿੰਦਾ ਨਹੀਂ ਰਹਿ ਸਕਦੇ। ਕਹਿੰਦੇ ਨੀਂਦ ਤੋਂ ਬਿਨਾਂ ਕੋਈ ਵੀ ਜੀਵ ਜੰਤੂ ਨਹੀਂ ਜਿੰਦਾ ਰਹਿ ਸਕਦਾ। ਤੁਸੀਂ ਵੇਖਿਆ ਹੋਊਗਾ ਕਿ ਗਲੀਆਂ ਦੇ ਵਿੱਚ ਰਾਤ ਨੂੰ ਜੋ ਜਾਨਵਰ ਘੁੰਮ ਰਹੇ ਹੁੰਦੇ ਹਨ ਉਹ ਵੀ ਆਰਾਮ ਨਾਲ ਬੈਠ ਕੇ ਸੌ ਜਾਂਦੇ ਹਨ। ਈਵਨ ਕਿ ਡੌਗੀ ਜੋ ਹੁੰਦੇ ਹਨ ਉਹ ਵੀ ਘਰਾਂ ਦੇ ਅੱਗੇ ਜਾਂ ਜਿਸ ਤਰ੍ਹਾਂ ਵੀ ਜਿੱਥੇ ਵੀ ਉਹਨਾਂ ਨੂੰ ਜਗ੍ਹਾ ਮਿਲਦੀ ਹੈ ਤੇ ਉਹ ਸੌ ਜਾਂਦੇ ਹਨ। ਭਾਵ ਕਿ ਜੋ ਨੀਂਦ ਹੈ ਉਹ ਸਭ ਵਾਸਤੇ ਬਹੁਤ ਜ਼ਰੂਰੀ ਹੈ। ਸੌਣਾ ਸਾਰਿਆਂ ਲਈ ਜ਼ਰੂਰੀ ਹੈ। ਅਤੇ ਪੁਰਾਣੇ ਸਮਿਆਂ ਵਿੱਚ ਕਹਿੰਦੇ ਜਦੋਂ ਤਾਨਾਸ਼ਾਹ ਸ਼ਾਸਕ ਹੁੰਦੇ ਸਨ, ਜੋ ਕਿ ਡਿਕਟੇਟਰਸ਼ਿਪ ਹੁੰਦੀ ਸੀ, ਕਿ ਜਦੋਂ ਰਾਜੇ ਦਾ ਹੀ ਰਾਜ ਚੱਲਦਾ ਸੀ ਤਾਂ ਉਦੋਂ ਕੀ ਕਰਦੇ ਸਨ ਕਿ ਜਿਹੜਾ ਕੋਈ ਦੋਸ਼ੀ ਹੁੰਦਾ ਸੀ, ਮਤਲਬ ਜੋ ਕੋਈ ਗਲਤ ਕੰਮ ਕਰਦਾ ਸੀ ਤਾਂ ਉਸ ਨੂੰ ਸਜ਼ਾ ਕੀ ਦਿੱਤੀ ਜਾਂਦੀ ਸੀ, ਉਸ ਨੂੰ ਸੌਣ ਨਹੀਂ ਦਿੱਤਾ ਜਾਂਦਾ ਸੀ। ਉਹ ਸਭ ਤੋਂ ਵੱਡੀ ਸਜ਼ਾ ਹੁੰਦੀ ਸੀ, ਕਿਸੇ ਨੂੰ ਸੌਣ ਨਾ ਦਿੱਤਾ ਜਾਵੇ। ਅਤੇ ਲਗਾਤਾਰ ਉਹ ਜਾਗਦੇ ਰਹਿੰਦੇ ਸਨ ਅਤੇ ਲਗਾਤਾਰ ਜਾਗਣ ਦੇ ਨਾਲ ਕੀ ਹੁੰਦਾ ਸੀ ਕਿ ਉਹਨਾਂ ਦਾ ਜੋ ਮਾਨਸਿਕ ਸੰਤੁਲਨ ਵਿਗੜ ਜਾਂਦਾ ਸੀ। ਮਾਨਸਿਕ ਸੰਤੁਲਨ ਤੋਂ ਭਾਵ ਕਿ ਉਹਨਾਂ ਦਾ ਜੋ ਦਿਮਾਗੀ ਪੱਧਰ ਹੈ, ਮਤਲਬ ਉਹ ਪਾਗਲ ਹੋ ਜਾਂਦੇ ਸਨ, ਉਹਨਾਂ ਦਾ ਜੋ ਦਿਮਾਗ ਦਾ ਸੰਤੁਲਨ ਖਰਾਬ ਹੋ ਜਾਂਦਾ ਸੀ। ਫਿਰ ਕਹਿੰਦਾ ਜਾਂ ਤਾਂ ਉਹ ਪਾਗਲ ਹੋ ਜਾਂਦੇ ਸਨ ਅਤੇ ਜਾਂ ਫਿਰ ਉਹ ਮਰ ਜਾਂਦੇ ਸਨ। ਅਤੇ ਇਹ ਜਿਹੜੀ ਮੌਤ ਹੈ ਬੜੀ ਹੀ ਤਰਸਯੋਗ ਹੁੰਦੀ ਸੀ। ਸਾਡੇ ਲਈ ਹੁਣ ਇੰਨਾ ਹੀ ਜਾਣ ਲੈਣਾ ਕਾਫੀ ਨਹੀਂ ਹੈ ਕਿ ਸਾਡੇ ਸਰੀਰ ਲਈ ਨੀਂਦ ਦਾ ਕਿੰਨਾ ਮਹੱਤਵ ਹੈ। ਆਮ ਆਦਮੀ ਨੂੰ ਪ੍ਰਤੀ ਦਿਨ 7-8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਕਿੰਨਾ ਸੌਣਾ ਚਾਹੀਦਾ ਹੈ? ਹਰ ਰੋਜ਼ 7-8 ਘੰਟੇ ਜੋ ਹੈ ਤਕਰੀਬਨ ਸਭ ਨੂੰ ਸੌਣਾ ਚਾਹੀਦਾ ਹੈ। ਇਸ ਤੋਂ ਵੱਧ ਸੌਣਾ ਵੀ ਓਨਾ ਹੀ ਹਾਨੀਕਾਰਕ ਹੈ ਜਿੰਨਾ ਕਿ ਨਾ ਸੌਣਾ। ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਜੋ ਸਾਨੂੰ ਸੌਣਾ ਬਹੁਤ ਹਿਸਾਬ ਦੇ ਨਾਲ ਹੀ ਚਾਹੀਦਾ ਹੈ। ਮੰਨਿਆ ਸੌਣਾ ਬਹੁਤ ਜ਼ਰੂਰੀ ਹੈ, ਪਰ ਇੱਕ ਲਿਮਟ ਹੁੰਦੀ ਹੈ ਹਰ ਚੀਜ਼ ਦੀ, ਅਤੇ ਜੇਕਰ ਅਸੀਂ ਆਪਣੀ ਲਿਮਟ ਨੂੰ ਕ੍ਰੋਸ ਕਰਾਂਗੇ ਤਾਂ ਫਿਰ ਹਰ ਚੀਜ਼ ਜੋ ਹੈ ਸਾਡੇ ਵਾਸਤੇ ਹਾਨੀਕਾਰਕ ਸਿੱਧ ਹੋ ਸਕਦੀ ਹੈ। ਇੱਕ ਆਮ ਆਦਮੀ ਵਾਸਤੇ ਕਿੰਨਾ ਸੌਣਾ ਜ਼ਰੂਰੀ ਹੈ? 7-8 ਘੰਟੇ। ਅਤੇ ਕਹਿੰਦੇ ਜੇਕਰ ਅਸੀਂ ਇਸ ਤੋਂ ਜ਼ਿਆਦਾ ਸੌਂਦੇ ਹਾਂ ਤਾਂ ਇਹ ਵੀ ਓਨਾ ਹੀ ਹਾਨੀਕਾਰਕ ਹੈ ਜਿੰਨਾ ਕਿ ਨਾ ਸੌਣਾ। ਭਾਵ ਜੇਕਰ ਅਸੀਂ ਘੱਟ ਸੌਂਦੇ ਹਾਂ ਅਤੇ ਉਹ ਵੀ ਸਾਡੇ ਲਈ ਖਤਰਨਾਕ ਹੈ, ਔਰ ਜੇਕਰ ਅਸੀਂ ਲੋੜ ਤੋਂ ਜ਼ਿਆਦਾ ਸੌਂਦੇ ਹਾਂ ਅਤੇ ਉਹ ਵੀ ਸਾਡੇ ਲਈ ਖਤਰਨਾਕ ਹੈ। ਸੌਣ ਤੋਂ ਪਹਿਲਾਂ ਸਰੀਰ ਨੂੰ ਸਾਫ਼ ਕਰਕੇ ਕੁਦਰਤੀ ਕਿਰਿਆਵਾਂ ਤੋਂ ਨਿਬਟ ਲੈਣਾ ਚਾਹੀਦਾ ਹੈ ਤਾਂ ਕਿ ਮਲ ਮੂਤਰ ਦੇ ਲਈ ਵਾਰ-ਵਾਰ ਨਾ ਜਾਗਣਾ ਪਵੇ। ਇੱਕ ਵਾਰ ਸੌਣ ਤੋਂ ਬਾਅਦ ਵਾਰ-ਵਾਰ ਜਾਗਣਾ ਠੀਕ ਨਹੀਂ ਹੈ। ਮਤਲਬ ਕਿ ਸੌਣ ਤੋਂ ਪਹਿਲਾਂ ਸਾਨੂੰ ਵਾਸ਼ਰੂਮ ਵਗੈਰਾ ਚੰਗੀ ਤਰ੍ਹਾਂ ਹੋ ਆਉਣਾ ਚਾਹੀਦਾ ਹੈ ਤਾਂ ਕਿ ਸਾਡੀ ਜੋ ਨੀਂਦ ਹੈ ਉਹ ਵਿੱਚੋਂ ਖਰਾਬ ਨਾ ਹੋਵੇ। ਸਰਦੀ ਅਤੇ ਗਰਮੀ ਵਿੱਚ ਸੌਣ ਦਾ ਵੀ ਆਪਣਾ ਆਪਣਾ ਢੰਗ ਹੈ। ਸੌਣ ਵੇਲੇ ਸਰੀਰ ਨੂੰ ਢੁਕਵਾਂ ਵਾਤਾਵਰਨ ਮਿਲਣਾ ਚਾਹੀਦਾ ਹੈ। ਗਰਮ ਰੁੱਤ ਵਿੱਚ ਖੁੱਲ੍ਹੇ ਅਸਮਾਨ ਦੇ ਹੇਠਾਂ ਸੁੱਤਾ ਜਾ ਸਕਦਾ ਹੈ, ਜਦੋਂ ਕਿ ਸਰਦ ਰੁੱਤ ਵਿੱਚ 15 ਡਿਗਰੀ ਤਾਪਮਾਨ ਵਾਲੇ ਕਮਰੇ ਵਿੱਚ ਸੌਣ ਦਾ ਪ੍ਰਬੰਧ ਕਰ ਲੈਣਾ ਚਾਹੀਦਾ ਹੈ। ਭਾਵ ਕਿ ਜਦੋਂ ਗਰਮੀ ਹੁੰਦੀ ਹੈ ਉਦੋਂ ਤਾਂ ਅਸੀਂ ਬਾਹਰ ਵੀ ਸੌਂ ਸਕਦੇ ਹਾਂ, ਪਰ ਸਰਦੀਆਂ ਦੇ ਵਿੱਚ ਬਾਹਰ ਸੌਣਾ ਬਹੁਤ ਮੁਸ਼ਕਿਲ ਹੁੰਦਾ ਹੈ। ਸ਼ਾਮ ਵੇਲੇ ਹਲਕਾ ਭੋਜਨ ਖਾਣਾ ਚਾਹੀਦਾ ਹੈ ਅਤੇ ਗਿਆਨ ਤੰਤੂਆਂ ਨੂੰ ਉਤੇਜਿਤ ਕਰਨ ਵਾਲੇ ਪ੍ਰਸੰਗਾਂ, ਦ੍ਰਿਸ਼ਾਂ ਅਤੇ ਵਿਚਾਰਾਂ ਦਾ ਤਿਆਗ ਕਰਕੇ ਨੀਂਦ ਲੈਣੀ ਉੱਤਮ ਹੈ। ਹੁਣ ਦੇਖੋ ਇਹਦੇ ਵਿੱਚ ਇਹਨਾਂ 2 ਲਾਈਨਾਂ ਦੇ ਵਿੱਚ ਕਿੰਨੀ ਮਹੱਤਵਪੂਰਨ ਗੱਲ ਕਹੀ ਗਈ ਹੈ ਕਿ ਰਾਤ ਦੀ ਜੋ ਰੋਟੀ ਹੈ, ਰਾਤ ਦਾ ਜੋ ਭੋਜਨ ਹੈ, ਜੋ ਸਾਡਾ ਡਿਨਰ ਹੈ, ਬਹੁਤ ਹੀ ਲਾਈਟ ਹੋਣਾ ਚਾਹੀਦਾ ਹੈ। ਕੁਝ ਲੋਕ ਕੀ ਕਰਦੇ ਹਨ ਕਿ ਰਾਤ ਨੂੰ ਛੋਲੇ ਭਟੂਰੇ ਜਾਂ ਫਿਰ ਇਹੋ ਜਿਹਾ ਹੈਵੀ ਜੋ ਡਿਨਰ ਕਰਦੇ ਹਨ, ਬਹੁਤ ਫਰਾਈਡ ਚੀਜ਼ਾਂ ਖਾਂਦੇ ਹਨ, ਜੋ ਕਿ ਸਾਡੀ ਸਿਹਤ ਵਾਸਤੇ ਬੁਰੀਆਂ ਹਨ। ਜਿੰਨਾ ਹੋ ਸਕੇ ਰਾਤ ਨੂੰ ਖਾਣਾ ਜੋ ਹੈ ਹਲਕਾ ਹੋਣਾ ਚਾਹੀਦਾ ਹੈ, ਲਾਈਟ ਹੋਣਾ ਚਾਹੀਦਾ ਹੈ, ਕਿਉਂਕਿ ਇੱਕ ਭੋਜਨ ਨੂੰ ਪਚਣ ਵਾਸਤੇ ਬਹੁਤ ਟਾਈਮ ਲੱਗਦਾ ਹੈ। ਅਤੇ ਇਸ ਲਈ ਜੇਕਰ ਅਸੀਂ ਲਗਭਗ 4 ਤੋਂ 5 ਘੰਟੇ ਹੀ ਜੋ ਤਕਰੀਬਨ ਲੱਗ ਹੀ ਜਾਂਦੇ ਹਨ ਭੋਜਨ ਨੂੰ ਪਚਣ ਵਾਸਤੇ, ਪਰ ਇਹੋ ਜਿਹਾ ਜਿਹੜਾ ਫਰਾਈਡ ਫੂਡ ਹੁੰਦਾ ਜਾਂ ਹੈਵੀ ਫੂਡ ਹੋਏਗਾ, ਖਾਣਾ ਹੋਏਗਾ, ਉਸ ਨੂੰ ਪਚਣ ਵਾਸਤੇ ਹੋਰ ਵੀ ਜ਼ਿਆਦਾ ਸਮਾਂ ਲੱਗਦਾ ਹੈ ਅਤੇ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਉਸ ਨੂੰ ਪਚਾਉਣ ਵਾਸਤੇ। ਇਸ ਕਰਕੇ ਜੋ ਰਾਤ ਦਾ, ਕਿਉਂਕਿ ਅਸੀਂ ਸੌਂ ਜਾਣਾ ਹੁੰਦਾ ਹੈ, ਦਿਨ ਭਰ ਅਸੀਂ ਤੁਰੇ ਫਿਰਦੇ ਹਾਂ, ਕੰਮ ਕਰਦੇ ਹਾਂ, ਵਰਕਆਊਟ ਕੋਈ ਨਾ ਕੋਈ ਕਰਦੇ ਰਹਿੰਦੇ ਹਾਂ, ਇਸ ਕਰਕੇ ਜੋ ਹੈਵੀ ਖਾਣਾ ਵੀ ਹੈ ਪਚ ਜਾਂਦਾ ਹੈ। ਇਸ ਲਈ ਕਿਹਾ ਗਿਆ ਕਿ ਜੋ ਸਵੇਰ ਦਾ ਬ੍ਰੇਕਫਾਸਟ ਹੈ ਉਹ ਸਾਨੂੰ ਰਾਜਿਆਂ ਵਾਂਗੂ ਕਰਨਾ ਚਾਹੀਦਾ ਹੈ, ਔਰ ਜੋ ਲੰਚ ਹੈ ਉਹ ਸਾਨੂੰ ਜੋ ਹੈ ਇੱਕ ਆਮ ਨਾਗਰਿਕ ਦੀ ਤਰ੍ਹਾਂ ਕਰਨਾ ਚਾਹੀਦਾ ਹੈ, ਔਰ ਰਾਤ ਦਾ ਜਿਹੜਾ ਭੋਜਨ ਹੈ ਉਹ ਸਾਨੂੰ ਗਰੀਬਾਂ ਦੀ ਤਰ੍ਹਾਂ ਕਰਨਾ ਚਾਹੀਦਾ ਹੈ, ਭਾਵ ਬਹੁਤ ਹੀ ਹਲਕਾ ਕਰਨਾ ਚਾਹੀਦਾ ਹੈ। ਅਤੇ ਜੇਕਰ ਅਸੀਂ ਕੀ ਕਹਿੰਦੇ ਆ ਕਿ ਸੌਣ ਤੋਂ ਪਹਿਲਾਂ ਸਾਡੇ ਦਿਮਾਗ ਦੇ ਵਿੱਚ ਕੁਝ ਅਜਿਹੇ ਵਿਚਾਰ ਚੱਲ ਰਹੇ ਹਨ
ਕਿ ਜੋ ਸਾਨੂੰ ਬਹੁਤ ਹੀ ਉਤੇਜਿਤ ਕਰ ਦਿੰਦੇ ਹਨ। ਕਈ ਵਾਰੀ ਅਸੀਂ ਪਿਕਚਰ ਦੇਖ ਰਹੇ ਹੁੰਦੇ ਹਾਂ ਜੋ ਬਹੁਤ ਹੀ ਜ਼ਿਆਦਾ ਮਤਲਬ ਡਰਾਵਣੀ ਹੁੰਦੀ ਹੈ, ਜਾਂ ਫਿਰ ਉਹ ਮਤਲਬ ਦਿਖਾਇਆ ਗਿਆ ਹੁੰਦਾ ਕਈ ਵਾਰ ਕਿ ਸਸਪੈਂਸ ਵਾਲੀਆਂ ਪਿਕਚਰਾਂ ਹੁੰਦੀਆਂ ਹਨ, ਜਾਂ ਫਿਰ ਕਈ ਵਾਰੀ ਭੂਤ ਪ੍ਰੇਤਾਂ ਵਾਲੀਆਂ ਬੱਚੇ ਜੋ ਹਨ ਫਿਲਮਾਂ ਦੇਖਣੀਆਂ ਪਸੰਦ ਕਰਦੇ ਹਨ। ਤਾਂ ਇਹੋ ਜਿਹੇ ਜਿਹੜੇ ਦ੍ਰਿਸ਼ ਹਨ ਤਾਂ ਸਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਕਦੇ ਵੀ ਨਹੀਂ ਦੇਖਣੇ ਚਾਹੀਦੇ, ਕਿਉਂਕਿ ਕਿਤੇ ਨਾ ਕਿਤੇ ਸਾਡੇ ਦਿਮਾਗ ਦੇ ਕਿਸੇ ਕੋਨੇ ਦੇ ਵਿੱਚ ਇਹੋ ਜਿਹੇ ਵਿਚਾਰ ਬੈਠ ਜਾਂਦੇ ਹਨ ਔਰ ਫਿਰ ਉਹੀ ਚੀਜ਼ਾਂ ਸਾਨੂੰ ਸੁਪਨੇ ਦੇ ਵਿੱਚ ਦਿਖਾਈ ਦਿੰਦੀਆਂ ਹਨ ਔਰ ਫਿਰ ਅਸੀਂ ਉਹਨਾਂ ਤੋਂ ਡਰਦੇ ਹਾਂ। ਇਸ ਕਰਕੇ ਸੌਣ ਤੋਂ ਪਹਿਲਾਂ ਆਪਣੇ ਦਿਮਾਗ ਨੂੰ ਪੂਰੀ ਤਰ੍ਹਾਂ ਸ਼ਾਂਤ ਕਰ ਲੈਣਾ ਚਾਹੀਦਾ ਹੈ, ਪਰਮਾਤਮਾ ਦਾ ਨਾਮ ਲੈ ਕੇ ਔਰ ਆਪਣੇ ਜੋ ਹੈ ਵਧੀਆ ਵਧੀਆ ਖਿਆਲ ਲੈ ਕੇ ਸਾਨੂੰ ਸੌਣਾ ਚਾਹੀਦਾ ਹੈ। ਸੌਣ ਤੋਂ ਪਹਿਲਾਂ ਮਾਲਿਸ਼ ਕਰਨ ਨਾਲ ਅਤੇ ਇਸ਼ਨਾਨ ਕਰਨ 'ਤੇ ਵੀ ਗੂੜ੍ਹੀ ਨੀਂਦ ਆਉਂਦੀ ਹੈ। ਜਿਨ੍ਹਾਂ ਲੋਕਾਂ ਨੂੰ ਨੀਂਦ ਦੇਰ ਨਾਲ ਆਉਂਦੀ ਹੈ ਉਹਨਾਂ ਨੂੰ ਸਵ ਆਸਨ ਦੀ ਸਥਿਤੀ ਨੂੰ ਪਹੁੰਚਣਾ ਚਾਹੀਦਾ ਹੈ, ਕਿਉਂਕਿ ਇਸ ਹਾਲਤ ਵਿੱਚ ਨੀਂਦ ਸਹਿਜੇ ਹੀ ਆ ਜਾਂਦੀ ਹੈ। ਸਵ ਆਸਨ ਮਤਲਬ ਬਿਲਕੁਲ ਸਿੱਧੇ ਲੇਟ ਕੇ ਸ਼ਵ ਦੀ ਸਥਿਤੀ ਦੇ ਵਿੱਚ ਲੇਟ ਜਾਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਅਤੇ ਜੇ ਇਸ ਆਸਨ ਦੇ ਸਹਾਇਤਾ ਦੇ ਨਾਲ ਉਹਨਾਂ ਨੂੰ ਨੀਂਦ ਆ ਸਕਦੀ ਹੈ, ਕਿਉਂਕਿ ਰਾਤ ਦੇ ਪਹਿਲੇ 4 ਘੰਟਿਆਂ ਵਿੱਚ ਗੂੜ੍ਹੀ ਨੀਂਦ ਆਉਂਦੀ ਹੈ। 12 ਵਜੇ ਤੋਂ ਪਹਿਲਾਂ ਜਿਹੜੀ ਨੀਂਦ ਹੈ ਉਹੀ ਨੀਂਦ ਅਸਲੀ ਨੀਂਦ ਹੁੰਦੀ ਹੈ। 12 ਵਜੇ ਤੋਂ ਪਹਿਲਾਂ ਸੂਈ ਹੋਈ ਜਿਹੜੇ ਅਸੀਂ ਸੌਂ ਜਾਂਦੇ ਹਾਂ ਉਹ ਨੀਂਦ ਗੂੜ੍ਹੀ ਹੁੰਦੀ ਹੈ। 12 ਵਜੇ ਤੋਂ ਜਿਹੜੀ ਬਾਅਦ ਵਾਲੀ ਨੀਂਦ ਹੈ ਉਹ ਇੰਨੀ ਜ਼ਿਆਦਾ ਗੂੜ੍ਹੀ ਨਹੀਂ ਹੁੰਦੀ। ਇਸ ਲਈ ਉਸ ਵੇਲੇ ਸੁੱਤੇ ਪਏ ਆਦਮੀ ਨੂੰ ਕਿਸੇ ਤਰ੍ਹਾਂ ਦੇ ਵੀ ਕੋਈ ਖਲਲ ਨਹੀਂ ਹੋਣੀ ਚਾਹੀਦੀ। ਭਾਵ ਕਿ ਜੇਕਰ ਅਸੀਂ ਸੁੱਤੇ ਹਾਂ ਅਤੇ 12 ਵਜੇ ਤੋਂ ਪਹਿਲਾਂ ਹਜੇ ਟਾਈਮ ਨਹੀਂ ਹੋਇਆ, 12 ਵਜਣ 'ਚ ਟਾਈਮ ਹੈ ਤਾਂ ਉਸ ਸਮੇਂ ਉਸ ਆਦਮੀ ਨੂੰ ਨਹੀਂ ਉਠਾਉਣਾ ਚਾਹੀਦਾ, ਨਹੀਂ ਤਾਂ ਫਿਰ ਉਸ ਨੂੰ ਨੀਂਦ ਨਹੀਂ ਆਵੇਗੀ। ਭਾਵੇਂ 7-8 ਘੰਟੇ ਨੀਂਦ ਦਾ ਨਿਯਮ ਹੈ, ਪਰ ਫਿਰ ਵੀ ਸਿਹਤਮੰਦ ਅਤੇ ਨਿਰੋਗ ਰਹਿਣ ਲਈ ਕਿੰਨੇ ਘੰਟੇ ਦੀ ਨੀਂਦ ਜ਼ਰੂਰੀ ਹੈ ਇਸ ਦਾ ਕੋਈ ਮਾਪਦੰਡ ਨਹੀਂ ਹੈ। ਇੱਕ ਸਧਾਰਨ ਕੰਮ ਵਿੱਚ ਰੁੱਝੇ ਹੋਏ ਆਦਮੀ ਲਈ 7 ਘੰਟੇ ਦੀ ਨੀਂਦ ਜ਼ਰੂਰੀ ਹੈ। ਉਮਰ ਵਧਣ ਨਾਲ ਨੀਂਦ ਵੀ ਘੱਟ ਜਾਂਦੀ ਹੈ ਅਤੇ ਫਿਰ ਵੀ ਅਨੇਕ ਬਿਰਧ ਆਦਮੀਆਂ ਨੂੰ 10 ਘੰਟੇ ਤੱਕ ਦੀ ਨੀਂਦ ਜ਼ਰੂਰੀ ਹੈ। ਕਿਤੇ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਜਾਂਦੀ ਹੈ ਉਵੇਂ ਸਾਡੀ ਜੋ ਨੀਂਦ ਹੈ ਉਹ ਘੱਟ ਹੁੰਦੀ ਜਾਂਦੀ ਹੈ। ਤੁਸੀਂ ਦੇਖਿਆ ਹੈ ਕਿ ਬਚਪਨ ਦੇ ਵਿੱਚ ਸਾਨੂੰ ਬਹੁਤ ਨੀਂਦ ਆਉਂਦੀ ਹੈ, ਜੋ ਬੱਚੇ ਹਨ ਉਹ ਕਾਫੀ ਦੇਰ ਤੱਕ ਸੁੱਤੇ ਰਹਿੰਦੇ ਹਨ, ਪਰ ਫਿਰ ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ ਤਾਂ ਸਾਡੀ ਜੋ ਨੀਂਦ ਹੈ ਉਹ ਘੱਟ ਹੋ ਜਾਂਦੀ ਹੈ, ਅਤੇ ਜਿਸ ਤਰ੍ਹਾਂ ਬਿਰਧ ਹੋ ਜਾਂਦਾ ਹੈ, ਬਜ਼ੁਰਗ ਹੋ ਜਾਂਦੇ ਹਨ ਤਾਂ ਉਹ ਹੋਰ ਵੀ ਘੱਟ ਸੌਂਦੇ ਹਨ, ਪਰ ਉਹਨਾਂ ਨੂੰ ਨੀਂਦ ਜੋ ਹੈ 10 ਘੰਟਿਆਂ ਦੀ ਚਾਹੀਦੀ ਹੈ। ਕਈ ਲੋਕਾਂ ਨੂੰ ਲਗਾਤਾਰ 7-8 ਘੰਟੇ ਸੌਣਾ ਚੰਗਾ ਨਹੀਂ ਲੱਗਦਾ। ਉਹ 4 ਘੰਟੇ ਕੰਮ ਕਰਕੇ ਸੌਂ ਜਾਂਦੇ ਹਨ। ਉਸ ਤੋਂ ਬਾਅਦ ਦਿਨ ਵਿੱਚ ਕੰਮ ਕਰਕੇ ਦਿਨ ਵਿੱਚ ਹੀ 1-ਅੱਧੇ ਘੰਟੇ ਦੀ ਨੀਂਦ ਲੈ ਕੇ ਤਾਜ਼ਗੀ ਪ੍ਰਾਪਤ ਕਰ ਲੈਂਦੇ ਹਨ। ਮਹਾਤਮਾ ਗਾਂਧੀ ਜੀ ਨੂੰ ਜਦੋਂ ਵੀ ਸਮਾਂ ਮਿਲਦਾ ਸੀ 1-ਅੱਧਾ ਘੰਟਾ ਨੀਂਦ ਲੈ ਲੈਂਦੇ ਸਨ। ਜਦੋਂ ਉਹ ਖੂਬ ਕੰਮ ਕਰਦੇ ਲਗਾਤਾਰ ਕੰਮ ਵਿੱਚ ਰੁੱਝੇ ਰਹਿੰਦੇ ਸਨ। ਭਾਵ ਕਿ ਜੋ 7-8 ਘੰਟੇ ਦੀ ਨੀਂਦ ਹੈ ਰਾਤ ਦੀ ਸਾਡੇ ਲਗਾਤਾਰ, ਕਹਿੰਦੇ ਕੁਝ ਲੋਕਾਂ ਨੂੰ ਇਕੱਠਾ ਸੌਣਾ ਪਸੰਦ ਨਹੀਂ ਹੈ, ਇਸ ਕਰਕੇ ਉਹ ਕੀ ਕਰਦੇ ਹਨ, ਉਹ 4 ਘੰਟੇ ਕੰਮ ਕਰਕੇ ਸੌਂ ਜਾਂਦੇ ਹਨ। ਮਤਲਬ ਕਿ ਥੋੜ੍ਹਾ ਕੰਮ ਕਰਦੇ ਹਨ ਫਿਰ ਸੌਂ ਜਾਂਦੇ ਹਨ। ਮਤਲਬ ਜੋ ਨੀਂਦ ਹੈ ਉਹ ਥੋੜ੍ਹੇ ਕਿਸ਼ਤਾਂ ਦੇ ਵਿੱਚ ਬ੍ਰੇਕਾਂ ਦੇ ਵਿੱਚ ਉਹ ਲੈਂਦੇ ਹਨ ਔਰ ਹੌਲੀ ਹੌਲੀ ਸੌਂ ਜਾਂਦੇ ਹਨ, ਕਦੀ ਫਿਰ ਆਪਣਾ ਕੰਮ ਕਰ ਲੈਂਦੇ ਹਨ। ਕਹਿੰਦੇ ਮਹਾਤਮਾ ਗਾਂਧੀ ਵੀ ਅਜਿਹਾ ਹੀ ਕਰਦੇ ਸਨ ਕਿ ਜਦੋਂ ਕਿਸੇ ਕੰਮ ਵਿੱਚ ਰੁੱਝ ਜਾਂਦੇ ਸਨ ਤਾਂ ਫਿਰ ਉਹ ਨੀਂਦ ਦੀ ਪਰਵਾਹ ਨਹੀਂ ਕਰਦੇ ਸਨ। ਵਿੱਚ ਜਦੋਂ ਕਦੀ ਉਹਨਾਂ ਨੂੰ ਥੋੜ੍ਹਾ ਜਿਹਾ ਟਾਈਮ ਮਿਲਦਾ ਸੀ ਤਾਂ ਉਹ ਸੌਂ ਲੈਂਦੇ ਸਨ ਅਤੇ ਆਪਣੀ ਨੀਂਦ ਪੂਰੀ ਕਰ ਲੈਂਦੇ ਸਨ। ਜਦੋਂ ਖੂਬ ਕੰਮ ਕਰਦੇ ਤਾਂ ਲਗਾਤਾਰ ਕੰਮ ਵਿੱਚ ਰੁੱਝੇ ਰਹਿੰਦੇ ਸਨ। ਨੈਪੋਲੀਅਨ ਬੋਨਾਪਾਰਟ ਘੋੜੇ 'ਤੇ ਸਵਾਰੀ ਕਰਦੇ ਹੀ ਸੌਂ ਲੈਂਦੇ ਸਨ। ਕਿਉਂਕਿ ਨੈਪੋਲੀਅਨ ਸੀ ਜੋ ਸ਼ਾਸਕ ਸੀ ਇੱਕ ਬਹੁਤ ਵੱਡਾ, ਅਤੇ ਉਹ ਕਹਿੰਦਾ ਆਪਣੀ ਨੀਂਦ ਕਦੋਂ ਪੂਰੀ ਕਰਦਾ ਸੀ, ਜਦੋਂ ਘੋੜੇ 'ਤੇ ਸਵਾਰੀ ਕਰਦਾ ਸੀ। ਉਹ ਘੋੜ ਸਵਾਰੀ ਵਿੱਚ ਇੰਨਾ ਐਕਸਪਰਟ ਸੀ ਕਿ ਇੱਕ ਵਾਰੀ ਘੋੜਾ ਚਲਾਉਣਾ ਸ਼ੁਰੂ ਕਰ ਦਿੰਦਾ ਸੀ ਤਾਂ ਫਿਰ ਉਸ 'ਤੇ ਬੈਠਾ ਹੀ ਸੌਂ ਜਾਂਦਾ ਸੀ। ਬਹੁਤ ਰੁੱਝੇ ਰਹਿਣ ਦੇ ਕਾਰਨ ਉਹਨਾਂ ਨੂੰ ਸੌਣ ਦਾ ਸਮਾਂ ਨਹੀਂ ਮਿਲਦਾ ਸੀ। ਅਜਿਹੇ ਰੁੱਝੇ ਲੋਕ ਨੀਂਦ ਦੇ ਲਈ ਆਪਣਾ ਵਿਸ਼ੇਸ਼ ਢੰਗ ਲੱਭ ਲੈਂਦੇ ਹਨ ਅਤੇ ਸਦਾ ਕੱਲ੍ਹ ਦੇ ਜੀਵਨ ਲਈ ਨਵ ਜੀਵਨ ਪ੍ਰਾਪਤ ਕਰ ਲੈਂਦੇ ਹਨ। ਭਾਵ ਕਿ ਉਹ ਆਪਣੀ ਸਹੂਲਤ ਦੇ ਅਨੁਸਾਰ ਆਪਣਾ ਕੋਈ ਅਜਿਹਾ ਸਮਾਂ ਲੱਭ ਲੈਂਦੇ ਹਨ ਜਿਸ ਵਿੱਚ ਉਹਨਾਂ ਦੀ ਨੀਂਦ ਪੂਰੀ ਹੋ ਜਾਂਦੀ ਹੈ। ਇਸੇ ਤਰ੍ਹਾਂ ਵਿਗਿਆਨ ਦੇ ਇੱਕ ਅਧਿਆਪਕ ਨੇ ਜਲਦੀ ਸੌਣ ਦੇ ਲਾਭ ਬਾਰੇ ਦੱਸਿਆ। ਉਸਨੇ ਇਹ ਸਿੱਟਾ ਕੱਢਿਆ ਕਿ ਰਾਤ ਨੂੰ 12 ਵਜੇ ਤੋਂ ਪਹਿਲਾਂ ਦੀ ਨੀਂਦ ਰਾਤ ਦੇ 12 ਵਜੇ ਦੇ ਬਾਅਦ
ਦੀ ਨੀਂਦ ਨਾਲੋਂ ਦੁੱਗਣਾ ਆਰਾਮ ਦਿੰਦੀ ਹੈ। ਮਤਲਬ ਕਿ ਜੇਕਰ ਅਸੀਂ 12 ਵਜੇ ਤੋਂ ਪਹਿਲਾਂ ਸੋ ਜਾਂਦੇ ਹਾਂ ਤਾਂ ਉਹ ਨੀਂਦ ਜੋ ਹੈ ਸਾਨੂੰ ਪਿਛਲੇ ਪਹਿਰ ਦੇ ਨਾਲੋਂ ਜ਼ਿਆਦਾ ਆਰਾਮ ਦਿੰਦੀ ਹੈ। ਇਸ ਕਰਕੇ ਸਾਨੂੰ ਤਕਰੀਬਨ 10 ਵਜੇ ਦੇ ਕਰੀਬ ਸੌਂ ਜਾਣਾ ਚਾਹੀਦਾ ਹੈ। ਮੰਨ ਲਓ ਕਿ ਤੁਸੀਂ ਰਾਤ ਨੂੰ 10 ਵਜੇ ਸੌਂ ਜਾਓ, ਜਾਂ ਤੁਹਾਨੂੰ ਜਿੰਨੀ ਨੀਂਦ ਪ੍ਰਾਪਤ ਹੋਵੇਗੀ ਉਨੀ ਨੀਂਦ ਪ੍ਰਾਪਤ ਕਰਨ ਲਈ ਤੁਹਾਨੂੰ ਰਾਤ ਦੇ 12 ਵਜੇ ਤੋਂ ਬਾਅਦ 4 ਘੰਟੇ ਸੌਣਾ ਪਵੇਗਾ। ਮਤਲਬ 10 ਤੋਂ 12 ਵਜੇ ਤੱਕ ਕਿੰਨੇ ਘੰਟੇ ਹੋਏ? 2 ਘੰਟੇ। ਠੀਕ ਹੈ, 12 ਤੋਂ ਬਾਅਦ ਵਾਲੀ ਨੀਂਦ 12 ਤੋਂ ਬਾਅਦ 1 2 3 4 ਵਜੇ ਤੱਕ ਕਿੰਨੇ 4 ਘੰਟੇ ਹੋ ਜਾਂਦੇ ਹਨ। ਕਿੰਨੇ ਤੁਸੀਂ ਜੋ 10 ਵਜੇ ਤੋਂ ਪਹਿਲਾਂ ਜੇਕਰ 2 ਘੰਟਿਆਂ ਦੇ ਵਿੱਚ ਜਿੰਨੀ ਨੀਂਦ ਪੂਰੀ ਕਰੋਗੇ ਨਾ, ਉਨੀ ਨੀਂਦ ਪੂਰੀ ਕਰਨ ਵਾਸਤੇ ਤੁਹਾਨੂੰ ਬਾਅਦ ਦੇ 4-5 ਘੰਟੇ ਹੋਰ ਸੌਣਾ ਪਏਗਾ, ਤਾਂ ਹੀ ਤੁਹਾਨੂੰ ਆਰਾਮ ਮਿਲੇਗਾ। ਭਾਵ ਕਿ 12 ਵਜੇ ਤੋਂ ਪਹਿਲਾਂ ਦੀ ਨੀਂਦ ਜੋ ਹੈ ਉਹ ਜ਼ਿਆਦਾ ਵਧੀਆ ਹੁੰਦੀ ਹੈ। ਇਹ ਅਧਿਆਪਕ ਆਪਣੇ ਵਿਦਿਆਰਥੀ ਜੀਵਨ ਵਿੱਚ ਰੋਜ਼ ਰਾਤ ਨੂੰ 12 ਵਜੇ ਤੋਂ ਪਹਿਲਾਂ ਜਿਵੇਂ ਕਿ 10 ਵਜੇ ਤੱਕ ਸੌ ਜਾਂਦੇ ਸਨ ਅਤੇ ਰਾਤ ਨੂੰ 2 ਵਜੇ ਉੱਠ ਜਾਂਦੇ ਸਨ। ਇਸ ਤਰ੍ਹਾਂ ਰਾਤ ਨੂੰ 12 ਵਜੇ ਤੋਂ ਪਹਿਲਾਂ ਦੀ 2 ਘੰਟੇ ਨੀਂਦਰ 4 ਘੰਟੇ ਦੀ ਨੀਂਦ ਦੇ ਬਰਾਬਰ ਹੁੰਦੀ ਸੀ ਅਤੇ ਉਹ ਉੱਠ ਜਾਂਦੇ ਸਨ। ਮਤਲਬ ਕਿ ਕੁੱਲ 4 ਘੰਟੇ ਸੌਂਦੇ ਸਨ, ਫਿਰ ਵੀ ਇਹ ਨੀਂਦ ਉਹਨਾਂ ਲਈ ਬਹੁਤ ਹੁੰਦੀ ਸੀ। ਹਰੇਕ ਆਦਮੀ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਨੀਂਦ ਨਾ ਆਉਣ ਦਾ ਪੂਰਾ ਅਸਰ ਸਰੀਰ 'ਤੇ ਪੈਂਦਾ ਹੈ। ਦਿਮਾਗ ਦੀ ਨਾੜੀ ਸਿਸਟਮ ਤੋਂ ਇਲਾਵਾ ਇਸ ਦਾ ਬੁਰਾ ਅਸਰ ਪੈਂਦਾ ਹੈ। ਦਿਮਾਗ ਅਤੇ ਨਾੜੀ ਸਿਸਟਮ 'ਤੇ ਇਸ ਦਾ ਬੁਰਾ ਅਸਰ ਪੈਂਦਾ ਹੈ। ਜ਼ਿਆਦਾ ਨੀਂਦ ਤਾਂ ਕੋਈ ਵੀ ਨਹੀਂ ਲੈ ਸਕਦਾ। ਹਾਂ, ਘੱਟ ਸੌਣ ਨਾਲ ਸਰੀਰ ਦੀ ਹਾਨੀ ਜ਼ਰੂਰ ਹੁੰਦੀ ਹੈ। ਇਸ ਤਰ੍ਹਾਂ ਜੋ ਰਜਿੰਦਰ ਸਿੰਘ ਜੀ ਨੇ ਸਾਨੂੰ ਬਹੁਤ ਚੰਗੀਆਂ ਆਦਤਾਂ ਬਾਰੇ ਦੱਸਿਆ ਕਿ ਸਾਨੂੰ ਕਿਸ ਤਰ੍ਹਾਂ ਆਪਣੀਆਂ ਆਦਤਾਂ ਜੋ ਹਨ ਸੁਧਾਰਨੀਆਂ ਚਾਹੀਦੀਆਂ ਹਨ, ਔਰ ਜੋ ਮਾੜੀਆਂ ਆਦਤਾਂ ਹਨ ਉਹਨਾਂ ਦਾ ਤਿਆਗ ਕਰ ਦੇਣਾ ਚਾਹੀਦਾ ਹੈ ਅਤੇ ਚੰਗੀਆਂ ਆਦਤਾਂ ਨੂੰ ਅਪਣਾਉਣਾ ਚਾਹੀਦਾ ਹੈ। ਇਹ ਜੋ ਚੰਗਾ ਟਾਈਮ ਸਿਰ ਸੌਣ ਦੀ ਇਹ ਵੀ ਇੱਕ ਆਦਤ ਹੀ ਹੁੰਦੀ ਹੈ। ਕੁਝ ਲੋਕਾਂ ਨੂੰ ਆਦਤ ਹੋ ਜਾਂਦੀ ਹੈ ਕਿ ਬਹੁਤ ਲੇਟ ਨਾਲ ਸੌਂਦੇ ਹਨ, ਔਰ ਕੁਝ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਹ ਟਾਈਮ ਨਾਲ ਸੌਂਦੇ ਹਨ। ਟਾਈਮ ਨਾਲ ਸੌਣਾ ਜੋ ਹੈ ਬਹੁਤ ਹੀ ਵਧੀਆ ਆਦਤ ਹੈ, ਜਦੋਂ ਕਿ ਲੇਟ ਸੌਣਾ ਮਾੜੀ ਆਦਤ ਹੈ। ਇਸ ਤਰ੍ਹਾਂ ਇਸ ਪਾਠ ਦੇ ਵਿੱਚ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਹੈ ਕਿ ਇਸ ਪਾਠ ਦੇ ਵਿੱਚ ਕਹਿੰਦੇ ਚੰਗੀ ਸਿਹਤ ਉੱਪਰ ਰੌਸ਼ਨੀ ਪਾਈ ਗਈ ਹੈ। ਚਾਹ ਪੀਣ ਦੀ ਹੱਦ ਤੋਂ ਵੱਧ ਆਦਤ ਸਰੀਰ ਲਈ ਨੁਕਸਾਨਦਾਇਕ ਹੁੰਦੀ ਹੈ। ਵਿਗਿਆਨਕ ਨਜ਼ਰੀਏ ਤੋਂ ਚਾਹ ਦੀ ਵਰਤੋਂ ਨੂੰ ਨਕਾਰਨ ਦਾ ਯਤਨ ਕੀਤਾ ਗਿਆ ਹੈ। ਮਤਲਬ ਸਾਇੰਸ ਦੇ ਵਿਊ ਤੋਂ ਵੇਖੀਏ ਤਾਂ ਚਾਹ ਜੋ ਸਾਨੂੰ ਨਹੀਂ ਪੀਣੀ ਚਾਹੀਦੀ। ਲੇਖ ਦੇ ਅਗਲੇ ਹਿੱਸੇ ਵਿੱਚ ਸਮੇਂ ਸਿਰ ਉੱਠਣ ਦੇ ਫਾਇਦੇ ਦੱਸੇ ਗਏ ਹਨ। ਇਸ ਦੇ ਨਾਲ ਚੰਗੀ ਸਿਹਤ ਲਈ ਸਵੇਰ ਦੇ ਸੈਰ ਦੇ ਗੁਣਾਂ ਉੱਪਰ ਵੀ ਰੌਸ਼ਨੀ ਪਾਈ ਗਈ ਹੈ। ਲੋੜ ਅਨੁਸਾਰ ਅਤੇ ਗੂੜ੍ਹੀ ਨੀਂਦ ਦਾ ਸਰੀਰ ਉੱਪਰ ਬਹੁਤ ਚੰਗਾ ਪ੍ਰਭਾਵ ਪੈਂਦਾ ਹੈ। ਮਤਲਬ ਕਿ ਜੇਕਰ ਅਸੀਂ ਚੰਗਾ ਸੋਵਾਂਗੇ, ਵਧੀਆ ਨੀਂਦ ਲਵਾਂਗੇ ਤਾਂ ਸਾਡਾ ਸਰੀਰ ਜੋ ਹੈ ਰਿਸ਼ਟ ਪੁਸ਼ਟ ਰਹੇਗਾ ਔਰ ਰੋਗਾਂ ਤੋਂ ਬਚਿਆ ਰਹੇਗਾ। ਜੇਕਰ ਅਸੀਂ ਸੋਵਾਂਗੇ ਨਹੀਂ ਤਾਂ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਣਗੀਆਂ। ਇਸ ਕਰਕੇ ਸਾਨੂੰ ਚੰਗੀ ਨੀਂਦ ਲੈਣੀ ਵੀ ਬਹੁਤ ਜ਼ਰੂਰੀ ਹੈ। ਸੈਰ ਬਾਰੇ ਚਰਚਾ ਕਰਨ ਤੋਂ ਇਲਾਵਾ ਪਾਠ ਵਿੱਚ ਯੋਗ ਆਸਨਾਂ ਦਾ ਵੀ ਮਹੱਤਵ ਦੱਸਿਆ ਗਿਆ ਹੈ। ਭਾਵ ਕਿ ਸਾਨੂੰ ਸਵੇਰ ਦੀ ਸੈਰ ਤਾਂ ਕਰਨੀ ਹੀ ਚਾਹੀਦੀ ਹੈ, ਅਤੇ ਜੇਕਰ ਅਸੀਂ ਸਵੇਰ ਦੀ ਸੈਰ ਦੇ ਨਾਲ ਯੋਗ ਆਸਨ ਵੀ ਕਰਦੇ ਹਾਂ ਤਾਂ ਉਹ ਤਾਂ ਫਿਰ ਕਹਿੰਦੇ ਸੋਹਣੇ ਅਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਭਾਵ ਕਿ ਇਹ ਦੋਨੋਂ ਚੀਜ਼ਾਂ ਮਿਲ ਕੇ ਸਾਡੇ ਸਰੀਰ ਨੂੰ ਬਹੁਤ ਵਧੀਆ ਜੋ ਹੈ ਲਾਭ ਪਹੁੰਚਾਉਂਦੀਆਂ ਹਨ, ਅਤੇ ਇਸ ਕਰਕੇ ਸਾਨੂੰ ਸੈਰ ਵੀ ਕਰਨੀ ਚਾਹੀਦੀ ਹੈ, ਔਰ ਸੈਰ ਕਰਨ ਤੋਂ ਬਾਅਦ ਸਾਨੂੰ ਕੁਝ ਟਾਈਮ ਜੋ ਹੈ ਯੋਗ ਆਸਨ ਵੀ ਕਰਨੇ ਚਾਹੀਦੇ ਹਨ। ਇਸ ਤਰ੍ਹਾਂ ਇਹ ਸੀ ਪਾਠ ਆਦਤਾਂ, ਅਤੇ ਉਮੀਦ ਕਰਦੀ ਹਾਂ ਕਿ ਇਸ ਦੀ ਤੁਹਾਨੂੰ ਹੁਣ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਏਗੀ, ਅਤੇ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਕੁਝ ਅਜਿਹੀਆਂ ਵਧੀਆ ਆਦਤਾਂ ਜੋ ਹਨ ਅਪਣਾਓਗੇ। ਅਤੇ ਜੇਕਰ ਤੁਹਾਨੂੰ ਇਸ ਪਾਠ ਦੇ ਸੰਬੰਧਿਤ ਕੁਝ ਲੱਗਾ ਹੋਏਗਾ ਕਿ ਤੁਹਾਡੇ ਵਿੱਚ ਵੀ ਅਜਿਹੀਆਂ ਕੁਝ ਆਦਤਾਂ ਹਨ ਜੋ ਨਹੀਂ ਚੰਗੀਆਂ ਹਨ, ਤਾਂ ਤੁਸੀਂ ਉਹਨਾਂ ਨੂੰ ਛੱਡਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਅਤੇ ਇਸ ਤੋਂ ਬਾਅਦ ਜੋ ਅਸਾਈਨਮੈਂਟ ਹੈ ਉਹ ਕਰਨੀ ਹੈ। ਧੰਨਵਾਦ।